नाम भगोरी एक बकातर परम कृपाला परम कृपाला श्री गुरु गोबिंद सिंह देसा अमृत ज्ञान नानक भगत बैराग श्री गुरु ग्रंथ साहिब उदद कार्य अनुराग एक ओंकार सतगुरु प्रसाद सच होए वाहिगुरु जी की फतेह वाहिगुरु जी की फतेह सतनाम वाहिगुरु साहब जीओ छट खट चक्र सौ दिस भाए बिन परिचय नहीं तुरा वाहिगुरु जी का खालसा वाहिगुरु जी की फतेह। परम सन्मान योग सत्कार योग चबर छत्र तखत दी मालिक हाजरा खजूर जाहरा जकूर सर्ब कला भरपूर दसा पातशाहियां दी जगती जोत धन धन श्री गुरु ग्रंथ साहिब महाराज जी की पावन पवित्र खजूरी विच असीं जुड़ मिल बैठे हाँ और साहिब जी ने कृपा की है अमृत बाणी के कीर्तन तो बाद जो भगत कबीर साहिब जी की पावन रचना तिथि गौड़ी गौड़ी राग दे विच जो भगत कबीर साहिब जी ने उचारण की है इस तो पहला गौड़ी 52 अखरी ते हुण भगत कबीर साहिब जी दी गौड़ी तिथि जो कि चंद्रमा दी तिथां दे नाल संबंध रखदी है ते इस तिथि गौड़ी दे राही भगत कबीर साहिब जी ने सानू प्रभु के नाल परमेश्वर के नाल जुड़न का जिहड़ा मार्ग है उपदेश है वो बख्शना कीता है। सो अज का जो भगत कबीर साहिब जी का ये 7वां बंधक है अज दे भगत कबीर साहिब जी के पावन वचनों के नाल जुड़न का यतन करिए। सुचारां की आरंभता तो पहला करो रसना पवित्र आखो जी वाहिगुरु जी का खालसा वाहिगुरु जी की फतेह। छठ खट चक्र सौ दिस भाए भगत कबीर साहिब जी का तिथि गौड़ी का ये 7वां बंद है और इस 7वें बंद विच भगत कबीर साहिब जी ने 6वीं थित का जिक्र किया है। छट खट चक्कर चकुंद सताए छठ तो भावक है 6वीं तिथ खट तो भावक है 6वीं तिथ दे नाल जिहड़े 6 चक्कर तन खट चक्कर हुण जिहड़ा जोग मत है जोग मत दे विच भी 6 चक्करां दा जिक्र आंदा है लेकिन इत्थे जिहड़ी भगत कबीर साहिब जी 6 चक्करां दी गल कर रहे हैं ये जोग मत के नाल संबंधित नहीं करते। इत्थे जो 6 चक्कर कन 5 जिहड़े मनुख के ज्ञान इंद्रे कन ते 6वां जिहड़ा मन है ये 6 जिहड़े जो जंत कन 6 जिहड़े ज्ञान इंद्रे कन 5 ज्ञान इंद्रे ते 6वां मन
ਇਹਨੂੰ ਭਗਤ ਕਬੀਰ ਸਾਹਿਬ ਜੀ ਨੇ ਖੱਡ ਚੱਕਰ ਆਖਿਆ ਵੀ ਇਹ 6 ਚੱਕਰ ਹਨ। ਛੱਡ ਖੱਡ ਚੱਕਰ ਚਤੁਰ ਦੇ ਸੁਧਾਏ, ਤੇ ਇਹ ਜਿਹੜੇ 6 ਚੱਕਰ ਹਨ, ਹੁਣ ਜਿਹੜੇ ਯੋਗ ਦੇ ਚੱਕਰ ਮੰਨੇ ਗਏ ਨੇ ਉਹ ਤੇ ਇੱਕੋ ਥਾਂ ਤੇ ਚੱਕਰ ਘੁੰਮਦੇ ਹਨ, ਇੱਕੋ ਥਾਂ ਤੇ ਟਿਕੇ ਹੋਏ ਹਨ। ਲੇਕਿਨ ਇਹ ਜਿਹੜੇ 6 ਚੱਕਰ ਮਨੁੱਖ ਦੇ ਗਿਆਨ ਇੰਦਰੀ ਹਨ, ਇਹ ਤੇ ਪਤਾ ਨਹੀਂ ਕਿ ਕਿੱਥੇ ਕਿੱਥੇ ਘੁੰਮਦੇ ਫਿਰਦੇ ਹਨ। ਮਨ ਦਾ ਤਾਂ ਕੋਈ ਪਤਾ ਹੀ ਨਹੀਂ ਕਿ ਮਨ ਖਿੰਨ ਦੇ ਵਿੱਚ ਕਿੱਥੇ ਕਿੱਥੇ ਜਾ ਆਉਂਦਾ ਹੈ। ਭਰਮੇ ਭੂਲਾ ਦੈਂਤ ਸਤਾਵੈ, ਨਿਮਕ ਮਾਹੇ ਚਾਰ ਕੁੰਡ ਭਰਿਆਵੈ। ਇਹ ਜਿਹੜਾ ਮਨ ਹੈ ਨਿਮਕ ਦੇ ਵਿੱਚ ਪਲ ਖਿੰਨ ਦੇ ਸਮੇਂ ਦੇ ਵਿੱਚ ਪਤਾ ਨਹੀਂ ਇਹ ਕਿੱਥੇ ਕਿੱਥੇ ਘੁੰਮਿਆ ਆਉਂਦਾ ਹੈ। ਤੇ ਇਸ ਤੋਂ ਇਲਾਵਾ ਜਿਹੜੇ ਬਾਕੀ ਗਿਆਨ ਇੰਦਰੀ ਹਨ, ਅੱਖਾਂ ਬਾਹਰ ਨੂੰ ਭੱਜੀਆਂ ਫਿਰਦੀਆਂ ਨੇ, ਕੰਨ ਬਾਹਰ ਨੂੰ ਭੱਜੇ ਫਿਰਦੇ ਹਨ। ਰਸਨਾ ਜਿਹੜੀ ਆ ਦੁਨੀਆ ਦੀ ਰਸ ਚੱਖਣਾ ਚਾਹੁੰਦੀ ਹੈ, ਨਾਸ਼ਕਾ ਹੈ। ਤੇ ਇਸ ਤਰ੍ਹਾਂ ਦੇ ਗਿਆਨ ਇੰਦਰੀ ਵੀ ਭਟਕਦੇ ਫਿਰਦੇ ਹਨ, ਮਨ ਵੀ ਬਾਹਰ ਨੂੰ ਭੱਜਿਆ ਫਿਰਦਾ ਹੈ। ਤੇ ਇਸ ਤਰ੍ਹਾਂ ਇਹਨਾਂ 6 ਚੱਕਰਾਂ ਦੀ ਜਿਹੜੀ ਦੌੜ ਹੈ ਉਹ ਕਦੇ ਮੁੱਕਦੀ ਹੋਈ ਨਹੀਂ ਹੈ। ਕਦੇ ਇਹ ਟਿਕਣ ਵਾਸਤੇ, ਕਦੇ ਇਹ ਰੁਕਣ ਵਾਸਤੇ ਰਾਜੀ ਨਹੀਂ ਹਨ। ਚਹੂ ਤਿਸ ਧਾਏ, ਤੇ ਚਾਰੇ ਪਾਸੇ ਚਾਰੇ ਦਿਸ਼ਾਵਾਂ ਵੱਲ ਇਹ ਭੱਜੇ ਫਿਰਦੇ ਹਨ। ਤੇ ਸਤਿਗੁਰੂ ਜੀ ਕਹਿਣ ਲੱਗੇ, ਜੇ ਇਹਨਾਂ ਜਿਹੜੇ ਗਿਆਨ ਇੰਦਰੀ ਹਨ, ਜੇ ਇਹਨਾਂ ਨੇ ਦੁਨੀਆ ਦੀ ਰਸ ਭੋਗ ਵੀ ਲਏਗਾ, ਅੱਖਾਂ ਨੇ ਦੇਖ ਵੀ ਲਿਆ ਕਿ, ਕੰਨਾਂ ਨੇ ਸੁਣ ਵੀ ਲਿਆ ਕਿ, ਮਨ ਨੇ ਸਭ ਕੁਝ ਮਾਣ ਵੀ ਲਿਆ ਕਿ, ਜੀਵਾ ਜਿਹੜੀ ਹੈ ਦੁਨੀਆ ਦੇ ਪਦਾਰਥ ਰਸ ਚੱਖ ਵੀ ਚੁੱਕੀ ਹੈ, ਲੇਕਿਨ ਫਿਰ ਵੀ ਇਹ ਮਨ ਨਹੀਂ ਰਚਦਾ, ਫਿਰ ਵੀ ਇਹ ਅੱਖਾਂ ਨਹੀਂ ਰਚਦੀਆਂ, ਫਿਰ ਵੀ ਇਹ ਕੰਨਾਂ ਨੂੰ ਜੀਵਾ ਨਹੀਂ ਆਉਂਦਾ, ਫਿਰ ਵੀ ਜਿਹੜੀ ਜੀਵਾ ਹੈ ਹੋਰ ਦੁਨੀਆ ਦੇ ਪਦਾਰਥਾਂ ਦਾ ਰਸ ਲੈਣਾ ਚਾਹੁੰਦੀ ਹੈ। ਸਤਿਗੁਰੂ ਜੀ ਕਹਿਣਗੇ ਇੱਥੇ ਆਮ ਬੰਦੇ ਦੀ ਤੇ ਗੱਲ ਹੀ ਕੀ, ਜਿਹੜੇ ਦੁਨੀਆ ਦੇ ਵੱਡੇ ਵੱਡੇ ਰਾਜੇ ਹਨ, ਭੂਮੀਆਂ ਦੇ ਮਾਲਕ ਹਨ, ਜਿਹੜੇ ਸਾਰੀ ਆਪਣੇ ਰਸਾਂ ਨੂੰ ਪੂਰੇ ਕਰਕੇ ਬੈਠੇ ਹਨ, ਉਹਨਾਂ ਨੂੰ ਵੀ ਤ੍ਰਿਪਤੀ ਨਹੀਂ ਮਿਲੀ ਹੈ, ਉਹਨਾਂ ਦੇ ਵੀ ਮਨ ਨੂੰ ਰਾਜਨ ਨਹੀਂ ਮਿਲਿਆ ਹੈ। ਵੱਡੇ ਵੱਡੇ ਰਾਜਨ ਅਰ ਘੁੰਮਨ ਤਾਂ ਕਿ ਤ੍ਰਿਸ਼ਨਾ ਬੁੱਝੀ, ਉਹਨਾਂ ਦੀ ਵੀ ਤ੍ਰਿਸ਼ਨਾ ਨਹੀਂ ਬੁੱਝੀ ਹੈ, ਉਹਨਾਂ ਦੇ ਵੀ ਮਨ ਨੂੰ ਗਿਆਨ ਇੰਦਰੀਆਂ ਨੂੰ ਟਿਕਾ ਨਹੀਂ ਮਿਲਿਆ ਹੈ। ਵੱਡੇ ਵੱਡੇ ਰਾਜਨ ਅਰ ਘੁੰਮਨ ਤਾਂ ਕਿ ਤ੍ਰਿਸ਼ਨਾ ਬੁੱਝੀ, ਲਪਟ ਰਖੇ ਮਾਇਆ ਰਖ ਮਾਤੇ, ਲੋਚਨ ਕਛੂ ਨਾ ਸੂਝੀ, ਵਿਖਿਆ ਮੈਂ ਕਿਨ ਕੀ ਤ੍ਰਿਪਤ ਨਾ ਪਾਈ, ਜਿਉ ਪਾਕ ਇੰਦਰ ਨਹੀਂ ਧਰਾਪੈ, ਬਿਨ ਕਰ ਕਹਾਂ ਅਗਾਈ। ਕਹਿੰਦੇ ਨੇ ਜਿਵੇਂ ਲੱਕੜਾਂ ਦਾ ਢੇਰ ਹੈ, ਲੱਕੜਾਂ ਦੇ ਢੇਰ ਦੇ ਵਿੱਚ ਹੋਰ ਅੱਗ ਦੇ ਵਿੱਚ ਲੱਕੜਾਂ ਸੁੱਟੀ ਜਾਈਏ, ਅੱਗ ਲੱਕੜਾਂ ਦੇ ਢੇਰ ਨੂੰ ਅੱਗ ਲੱਗੀ ਹੈ ਤੇ ਹੋਰ ਲੱਕੜਾਂ ਲਿਆ ਕੇ ਸੁੱਟੀਏ, ਉਹ ਬਲ ਜਾਂਦੀਆਂ ਨੇ, ਹੋਰ ਲਿਆ ਕੇ ਸੁੱਟੀਏ। ਹੁਣ ਅੱਗ ਦੇ ਵਿੱਚ ਜਿੰਨੀਆਂ ਮਰਜ਼ੀ ਲੱਕੜਾਂ ਪਾਈ ਜਾਵਾਂਗੇ, ਅੱਗ ਨੇ ਇਹ ਨਹੀਂ ਕਹਿਣਾ ਵੀ ਮੈਂ ਰੱਜ ਗਈ ਤਾਂ। ਇਸੇ ਤਰ੍ਹਾਂ ਜਿਹੜੇ ਗਿਆਨ ਇੰਦਰੀ ਹਨ, ਮਨ ਹਨ, ਜਿੰਨੇ ਮਰਜ਼ੀ ਇਹ ਪਦਾਰਥਾਂ ਨੂੰ ਭੋਗ ਲਵੇ, ਜਿੰਨਾ ਮਰਜ਼ੀ ਇਹ ਭਟਕ ਲਵੇ, ਫਿਰ ਵੀ ਇਸ ਮਨ ਨੂੰ ਜੀਵਾ ਨਹੀਂ ਮਿਲੇਗਾ, ਇਹ ਮਨ ਕਦੇ ਰੱਜਣ ਨਹੀਂ ਲੱਗਾ ਹੈ। ਸਤਿਗੁਰੂ ਜੀ ਕਹਿਣਗੇ ਭੁੱਖਿਆਂ ਭੁੱਖ ਨਾ ਉਤਰੇ, ਜੇ ਬੰਨਾ ਪੁਰੀਆਂ ਭਾਰ, ਜੇ ਸਾਰੀ ਦੁਨੀਆ ਦੇ ਭਾਰ ਪਦਾਰਥ ਵੀ ਬੰਨ ਲਵੇ, ਫਿਰ ਵੀ ਇਹ ਨਹੀਂ ਮਨ ਰਚੇਗਾ। ਇਸ ਕਰਕੇ ਇਹ ਮਨ, ਇਹ ਗਿਆਨ ਇੰਦਰੀ, ਇਹ ਚੱਕਰ ਬਣਾ ਕਰਕੇ, ਜਿਵੇਂ ਖੱਡ ਕੋਈ ਚੱਕਰ ਹੁੰਦਾ ਹੈ, ਇਸ ਤਰ੍ਹਾਂ ਇਹ ਮਨ, ਇਹ ਗਿਆਨ ਇੰਦਰੀ ਭਟਕ ਰਖੇ ਨੇ। ਬਿਨ ਪਰਚੈ ਨਹੀਂ ਤੇਰਾ ਰਹਾਏ, ਤੇ ਇਹਨਾਂ ਗਿਆਨ ਇੰਦਰੀਆਂ ਨੂੰ ਕਾਬੂ ਕਰਨ ਦਾ ਇੱਕੋ ਇੱਕ ਤਰੀਕਾ ਹੈ। ਜੇ ਮਨ ਨੂੰ ਟਿਕਾਣਾ ਹੈ, ਇਸ ਮਨ ਨੂੰ ਟਿਕਾਣ ਦਾ ਇੱਕੋ ਇੱਕ ਤਰੀਕਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਬਿਨ ਪਰਚੈ ਨਹੀਂ ਥਿਰਾ ਰਖਾਏ, ਥਿਰ ਤੋਂ ਭਾਵ ਟਿਕਣਾ, ਬਿਨਾਂ ਪਰਚਣ ਤੋਂ ਇਹ ਮਨ ਥਿਰ ਨਹੀਂ ਹੋ ਸਕਦਾ। ਜਿੰਨਾ ਚਿਰ ਤੱਕ ਮਨ ਪ੍ਰਭੂ ਦੇ ਨਾਮ ਦੇ ਵਿੱਚ ਨਹੀਂ ਜੁੜਦਾ ਹੈ, ਨਾਮ ਦੇ ਵਿੱਚ ਮਨ ਨਹੀਂ ਲੱਗਦਾ ਹੈ, ਉਤਨਾ ਚਿਰ ਤੱਕ ਇਸ ਮਨ ਨੂੰ ਟਿਕਾ ਨਹੀਂ ਆ ਸਕਦਾ। ਬਿਨ ਪਰਚੈ ਨਹੀਂ ਥਿਰਾ ਰਖਾਏ, ਪਰਚੇ ਤੋਂ ਭਾਵ ਹੈ ਵੀ ਸਾਡੇ ਮਨ ਦਾ ਪ੍ਰਭੂ ਦੇ ਨਾਮ ਵਿੱਚ ਜੁੜ ਜਾਣਾ, ਮਨ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਲਗਨ ਲੱਗ ਜਾਣਾ।
प्रभु दे वास्ते प्रीत पैदा हो जानी, प्यार पैदा हो जाना, सच्ची उहदे नाम दे वास्ते शरधा बन जानी। कल के जिन्ना चिर तक नाम दे विच प्रीत नहीं बनेगी, प्यार नहीं बनेगा, शरधा नहीं बनेगी, उतना चिर तक ये मन नहीं रजन लगा, ये मन नूं टिका नहीं आन लगा। उन्ना चिर तक मन भी भजदा रहेगा, ज्ञान इंद्रिय भी भजदे रहणगे। बिन परचै नहीं थिरा रखाई, कह लगे परचन तो बिना ये मन नहीं थिरन लगा। नाम दे विच जुड़न तो बगैर इस मानू ने टिका आण लगा। इस करके अपने मन नूं प्रभु दे नाम दे विच जोड़, उहदे नाल प्रीत पैदा कर, प्यार पैदा कर। दुबदा मेट खिमा के रहो। ते अगली गल भगत कबीर साहब जी कहते ने, दुबदा मेट अपने अंदरों दुबदा नूं मेट दे, दुबदा नूं खत्म कर दे। दुबदा मेट खिमा के रहो। खिमा कहते खिमा नूं धारण कर दे। जिहड़ी खिमा है ਉਹਨੂੰ ਧਾਰਨ ਕਰ ਲੈ। ਖਿਮਾ ਤੋਂ ਭਾਵ ਹੈ ਵੀ ਦੂਜੇ ਦਾ ਔਗਣ ਵੇਖਣਾ। ਜਦੋਂ ਬੰਦਾ ਦੂਜੇ ਦਾ ਔਗਣ ਦੇਖਦਾ ਹੈ ਤੇ ਦੂਜੇ ਦਾ ਔਗਣ ਵੇਖ ਕੇ ਬੰਦਾ ਖੁਸ਼ ਹੋ ਜਾਂਦਾ ਵੀ ਇਹਦਾ ਕੋਈ ਔਗਣ ਮਿਲ ਗਿਆ ਹੈ, ਇਹਦੀ ਕੋਈ ਮੈਨੂੰ ਬੁਰਾਈ ਮਿਲ ਗਈ ਹੈ, ਹੁਣ ਮੈਂ ਇਹਦਾ ਔਗਣ 10 ਬੰਦਿਆਂ ਨੂੰ ਦੱਸਾਂਗਾ, ਇਹਦਾ ਔਗਣ ਸਾਰੀ ਦੁਨੀਆ ਵਿੱਚ ਪ੍ਰਗਟ ਕਰਾਂਗਾ, ਇਹਦੇ ਔਗਣਾਂ ਦੇ ਨਾਲ ਮੈਂ ਇਹਦੀ ਬਦਨਾਮੀ ਕਰਾਂਗਾ। इस करके मनुख दा अपने वाल ते कदे ध्यान ही नहीं जाता, अपने वाल ते कदे ये देखदा ही नहीं गा। इत्थे सदा दूजियां नूं ही देखण ते लगा गा, दूजियां दी औगण लभण ते लगा, दूजियां दी औगण फरोलण ते लगा गा। ते बाबा फरीद साहब जी कह लगे कि जिस दिन इन्हें अपने वाल झाती मार ली, कह लगे अपने तो बुरा इनू दुनिया दे विच कोई दिसना ही नहीं है। ते जदों इहनूं पता लग गया भी दुनिया दे विच सब तो बुरा मैं गा, सब तो माड़ा मैं गा, उस तो बाद ये किसी दूजे दे औगण नहीं फरोलण लगा, किसी दूजे दे औगण नहीं देखण लगा। क्योंकि इहनूं पता लगेगा भी इहदा औगण ते छोटा है, मेरा मन ते इस तो भी ज्यादा पापी है, मेरा मन ते इस तो भी ज्यादा भैड़े है, मैं ते इस तो भी ज्यादा गुनाहां विच औगणां विच फसिया गा, ये ते फिर भी मेरे नाल 100 गुना चंगा है, फिर भी ये धर्म कर्म करदा पिया है, फिर भी ये दूजियां दा भला करदा पिया है, लेकिन मेरे विच ते इहदे जिन्ना भी कोई गुण नहीं है, ये ते मेरे नाल चंगा है। इस करके जिन्हों अपने औगण नजर आ गए वो कदे दूजे दे औगणां वल नहीं देखदा है, ना कदे दूसरे दे औगण फरोलदा है, ਉਹਦੇ अंदर खिमा आ जाती है। वो दूजे दे औगण देख के भी औगणां दा जिहड़ा पासा वट जाता है, जां ते उहनूं समझा दिंदा भी प्यारिया ये तेरे विच गलती है, ये तेरे विच औगण है, इस औगण दा तू सुधार करदा है, नहीं तो फिर वो अपने वाल ध्यान देगा है। इत्थे भगत कबीर साहब की वचन करते ने, दुबदा मेट खिमा गया रखो, खिमा नूं धारण कर ते अपने अंदरों जिहड़ी दुबदा है। क्योंकि धर्म दा जिहड़ा बूटा है, धर्म दा बूटा उत्थे जिहड़ा पैदा होना है, धर्म दा जिहड़ा फुल खिड़ना है, धर्म दा जिहड़ा बूटा पैदा होना है, उत्थे ही पैदा होवेगा जिथे एक होवेगा। जिथे दुबदा आ गई उत्थे कोई जिहड़ा बीज पैदा नहीं हो सकता है। सतगुरु जी कह लगे सच काल कूड़ वरतिया। जदों बंदे दे जीवन विचों सच दा काल पै जांदा है, ਇਹਦਾ जीवन कूड़ ते कूड़ दे नाल ही भर जाता है, अंदर कूड़ ही कूड़ भर गया, सच ते इहदे जीवन विचों भालिया भी नहीं मिलता, सच दे कितों लभदा ही नहीं पिया, हर थां ते कूड़ ही, हर थां ते जे दफ्तर विच बैठा उत्थे भी वादा घाटा, जे घर विच बैठा उत्थे भी लड़ाई झगड़े, जे धार्मिक स्थान ते आ गया इत्थे भी आके बंदा जिहड़ा है अपने हंकार को जगाण का यतन करता है। हुण जिहड़ा सच है, जिहड़ा धर्म है, जिहड़ा गुण है, उहदे जीवन विचों लभ ही नहीं रहा, इहदे जीवन विच सच दा ते काल ही पै गया, सच ते पता नहीं कित्थे उड़ के चला गया। ते सतगुरु जी कहण लगे
ਸੱਚ ਕਾਲ ਕੂੜ ਵਰਤਿਆ। ਜਦੋਂ ਜੀਵਨ ਵਿੱਚ ਸੱਚ ਦਾ ਕਾਲ ਪੈ ਜਾਂਦਾ, ਸੱਚ ਇਹਦੇ ਜੀਵਨ ਵਿੱਚੋਂ ਮੁੱਕ ਜਾਂਦਾ ਹੈ ਤੇ ਕੂੜ ਇਹਦੇ ਜੀਵਨ ਵਿੱਚ ਪ੍ਰਗਟ ਹੋ ਗਿਆ। ਕੂੜ ਹੀ ਕੂੜ ਰਹਿ ਗਿਆ, ਝੂਠ ਹੀ ਝੂਠ ਰਹਿ ਗਿਆ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਮੇ ਕਾਲ। ਪਾਪਾਂ ਦੀ ਕਾਲਖ ਦੇ ਨਾਲ ਬੰਦਾ ਬਿਲਕੁਲ ਕਾਲਾ ਸ਼ਾਹ ਹੋ ਜਾਂਦਾ। ਦੇਖਣ ਨੂੰ ਤੇ ਇੰਜ ਲੱਗਦਾ ਵੀ ਬੜੇ ਚਿੱਟੇ ਕੱਪੜੇ ਵਸਤਰ ਪਾਏਗਾ, ਬੜੀ ਸੋਹਣੀ ਦਸਤਾਰ ਸਜਾਈ ਦਾ, ਗਾਤਰਾ ਵੀ ਉੱਪਰ ਦੀ ਪਾਇਆ ਹੋਇਆ, ਬੜਾ ਸੋਹਣਾ, ਇਹ ਤੇ ਬੜਾ ਹੀ ਧਰਮੀ ਹੋਵੇਗਾ ਕਿਉਂਕਿ ਬਾਣਾ ਹੀ ਵੇਸ਼ ਹੀ ਇਹੋ ਜਿਹਾ ਪਾਇਆ ਹੋਇਆ ਹੈ। ਲੇਕਿਨ ਇਹਦੇ ਬਾਹਰ ਦਾ ਵੇਸ਼ ਹੈ। ਸਤਿਗੁਰੂ ਜੀ ਕਹਿਣਗੇ ਬੱਗਾ ਬੱਗੇ ਕੱਪੜੇ, ਬਗਲਾ ਚਿੱਟਾ ਹੈ, ਬਾਹਰੋਂ ਬੜਾ ਚਿੱਟਾ ਦਿਖਾਈ ਦਿੰਦਾ ਹੈ, ਬੜਾ ਸੋਹਣਾ ਕੋ ਬਗਲਾ ਦਿਖਾਈ ਦਿੰਦਾ। ਬੱਗਾ ਬੱਗੇ ਕੱਪੜੇ ਕਹਿਣ ਲੱਗੇ ਬਗਲਾ ਬਾਹਰੋਂ ਸਾਫ਼ ਹੈ, ਚਿੱਟਾ ਦਿਖਾਈ ਦਿੰਦਾ ਹੈ ਤੇ ਜਦੋਂ ਕਿਸੇ ਤਲਾਬ ਦੇ ਕੰਢੇ ਤੇ ਜਾ ਕੇ ਬਗਲਾ ਉਡਾਰੀ ਮਾਰ ਕੇ ਬੈਠਦਾ ਹੈ ਤੇ ਬਗਲਾ ਆਪਣੀ ਇੱਕ ਲੱਤ ਚੁੱਕ ਲੈਂਦਾ ਹੈ। ਇੱਕ ਲੱਤ ਚੁੱਕ ਕੇ ਬਗਲਾ ਅੱਖਾਂ ਬੰਦ ਕਰ ਲੈਂਦਾ ਹੈ ਵੀ ਪਤਾ ਨਹੀਂ ਬਗਲਾ ਕਿਹੜੀ ਸਮਾਧੀ ਲਾ ਕੇ ਬੈਠਾ, ਕਿਹੜੇ ਧਿਆਨ ਵਿੱਚ ਬੈਠਾ ਹੈ ਤੇ ਬਗਲੇ ਤੋਂ ਜ਼ਿਆਦਾ ਕੋਈ ਸਮਾਧੀ ਨਹੀਂ ਲਾ ਸਕਦਾ। ਲੋਕੀ ਤੇ ਕਹਿਣਗੇ ਵੀ ਬਗਲੇ ਵਰਗਾ ਕੋਈ ਧਰਮੀ ਨਹੀਂ ਹੋ ਸਕਦਾ ਹੈ। ਬਗਲਾ ਇੱਕ ਲੱਤ ਤੇ ਵੀ ਖਲੋਤਾ ਹੈ, ਉਹਦੀਆਂ ਅੱਖਾਂ ਵੀ ਬੰਦ ਕਰਨ, ਲੇਕਿਨ ਬਗਲੇ ਦਾ ਜਿਹੜਾ ਧਿਆਨ ਹੈ ਉਹ ਪਾਣੀ ਦੇ ਵਿੱਚ ਡੱਡੂ ਤੇ ਮੱਛੀ ਤੇ ਵੱਲ ਗਿਆ ਵੀ ਜਿੱਥੇ ਥੋੜਾ ਜਿਹਾ ਪਾਣੀ ਹੱਲਿਆ, ਥੋੜਾ ਜਿਹਾ ਬਗਲੇ ਦੇ ਕੰਨਾਂ ਵਿੱਚ ਖੜਾਕ ਜਿਹਾ ਪਾਣੀ ਖਿਲਰਦਾ ਪਿਆ, ਬਗਲੇ ਨੇ ਬੜੀ ਤੇਜ਼ੀ ਦੇ ਨਾਲ ਉੱਥੇ ਚੁੰਝ ਮਾਰ ਦੇਣੀ ਹੈ। ਉਸੇ ਵੇਲੇ ਡੱਡੂ ਕੀ ਕਾ, ਮੱਛੀ ਕੀ ਕਾ, ਬਗਲੇ ਦੀ ਜਿਹੜਾ ਚੁੰਝ ਵਿੱਚ ਆ ਜਾਣਾ ਹੈ। ਉਸੇ ਵੇਲੇ ਉਹਨੇ ਜਿਹੜਾ ਬਗਲੇ ਨੇ ਡੱਡੂ ਮੱਛੀ ਨੂੰ ਖਾ ਜਾਣਾ ਹੈ। ਹੁਣ ਉਹਦਾ ਇੱਕ ਟੰਗ ਤੇ ਖਲੋਣਾ, ਉਹਦਾ ਅੱਖਾਂ ਬੰਦ ਕਰਨਾ, ਇਹ ਤੇ ਕੇਵਲ ਉਹਨੇ ਡੱਡੂ ਤੇ ਮੱਛੀ ਨੂੰ ਜਾਲ ਵਿੱਚ ਵਸਾੜ ਵਾਸਤੇ ਹੈ। ਸਤਿਗੁਰੂ ਜੀ ਕਹਿਣਗੇ ਕਈ ਵਾਰੀ ਧਾਰਮਿਕ ਭੇਖ ਵਿੱਚ ਲੋਕਾਂ ਨੂੰ ਆਪਣੇ ਮਗਰ ਲਾਉਣ ਵਾਸਤੇ ਹੁੰਦਾ ਹੈ ਕਿ ਲੋਕੀ ਮੇਰੇ ਮਗਰ ਲੱਗ ਜਾਣ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਮੇ ਤਾਲ। ਜਦੋਂ ਇਹ ਪਾਪਾਂ ਦੀ ਮੈਲ ਦੇ ਨਾਲ ਬਿਲਕੁਲ ਕਾਲਾ ਹੋ ਗਿਆ, ਕਾਲਖ ਦੇ ਨਾਲ ਭਰ ਗਿਆ, ਬੀਉ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ। ਜਿਹੜਾ ਧਰਮ ਦਾ ਬੀਜ ਸੀਗਾ ਉਧਰ ਉੱਡੀ ਗਿਆ, ਸੱਚ ਦਾ ਬੀਜ ਤੇ ਕਿਤੇ ਚਲਾ ਹੀ ਗਿਆ। ਧਰਮ ਤੇ ਇਹਦੇ ਕੋਲ ਹੀ ਹੈ ਨਹੀਂ, ਸੱਚ ਤੇ ਇਹਦੇ ਕੋਲ ਹੀ ਹੈ ਨਹੀਂ, ਦਇਆ ਤੇ ਇਹਦੇ ਕੋਲ ਹੀ ਹੈ ਨਹੀਂ। ਸਤਿਗੁਰ ਜਿੱਥੇ ਦਇਆ ਹੈ ਉੱਥੇ ਧਰਮ ਹੈ। ਦਇਆ ਕਪਾਹ ਸੰਤੋਖ ਸੂਤ ਜਦ ਗੰਢੀ ਸੰਤ ਵਟ। ਕਹਿ ਲਗੇ ਦਇਆ ਨੂੰ ਕਪਾਹ ਬਣਾ, ਦਇਆ ਕਪਾਹ ਸੰਤੋਖ ਸੂਤ, ਸੰਤੋਖ ਦਾ ਸੂਤ ਬਣਾ, ਜਦ ਗੰਢੀ, ਜਦ ਦੀਆਂ ਗੰਢਾਂ ਦੇ ਨਾ ਇਹਦੇ ਕੋਲ ਦਇਆ ਹੈ, ਨਾ ਇਹਦੇ ਕੋਲ ਧਰਮ ਹੈ, ਨਾ ਇਹਦੇ ਕੋਲ ਜਤ ਹੈ, ਨਾ ਇਹਦੇ ਕੋਲ ਸਤ ਹੈ, ਨਾ ਇਹਦਾ ਉੱਚਾ ਆਚਰਨ ਹੈ। ਉਹ ਜੰਦੂ ਕਿਵੇਂ ਬਣਾ ਲਵੇਗਾ? ਇਹਦੇ ਕੋਲ ਤੇ ਕੁਝ ਵੀ ਐਸਾ ਨਹੀਂ ਹੈ ਜਿਹਦੇ ਨਾਲ ਇਹ ਜੰਦੂ ਬਣਾ ਕੇ ਪਹਿਨ ਸਕੇ, ਇਹ ਧਰਮੀ ਬਣ ਸਕੇ। ਕੁਝ ਐਸਾ ਹੈ ਹੀ ਨਹੀਂ ਹੈ ਜਿਹਦੇ ਨਾਲ ਧਰਮ ਦਾ ਬੀਜ ਇਹਦੇ ਅੰਦਰੋਂ ਪੁੰਗਰ ਸਕੇ। ਇਹ ਤੇ ਬਸ ਪਾਪਾਂ ਦੀ ਮੈਲ ਦੇ ਨਾਲ, ਕਾਲਖ ਦੇ ਨਾਲ ਬਿਲਕੁਲ ਕਾਲਾ ਸ਼ਾਹ ਹੋਇਆ ਫਿਰਦਾ ਹੈ। ਜਨਮ ਜਨਮ ਇਸ ਮਨ ਕੋ ਮਰ ਲਾਗੀ, ਕਾਲਾ ਹੋਇਆ ਸ਼ਾਹ, ਬਿਲਕੁਲ ਕਾਲਾ ਹੋ ਚੁੱਕਿਆ ਹੈ। ਕਲ ਕਾਲਖ ਮੇ ਤਾਲ, ਬੀਉ ਬੀਜ ਬੀਉ ਬੀਜ ਪਤ ਲੈ ਕੇ ਅਬ ਕਿਉਂ ਉਗਵੈ ਦਾਲ। ਕਹਿੰਦੇ ਨੇ ਦਾਲ ਜੇਕਰ ਧਰਤੀ ਵਿੱਚ ਬੀਜੀਏ, ਦਾਲ ਦੇ ਨਾਲ ਕਦੇ ਕੋਈ ਬੀਜ ਪੈਦਾ ਨਹੀਂ ਹੋ ਸਕਦਾ। ਜੇ ਬੀਜ ਪੈਦਾ ਹੋਵੇਗਾ ਤੇ ਸਾਬਤ ਹੋਵੇਗਾ, ਜੇ ਧਰਮ ਪੈਦਾ ਹੋਵੇਗਾ ਤੇ ਜਿਹਦੇ ਅੰਦਰ ਸੱਚ ਹੋਵੇਗਾ, ਦਇਆ ਹੋਵੇਗੀ, ਧਰਮ ਹੋਵੇਗਾ, ਧਰਮ ਉਹਦੇ ਅੰਦਰ ਕੀ ਪੈਦਾ ਹੋ ਸਕਦਾ ਹੈ। ਜਿੱਥੇ ਦਇਆ ਹੀ ਹੈ ਨਹੀਂ, ਸੱਚ ਹੀ ਹੈ ਨਹੀਂ ਤੇ ਉੱਥੇ ਧਰਮ ਵੀ ਕਿੱਥੋਂ ਪੈਦਾ ਹੋ ਜਾਵੇਗਾ। ਇੱਥੇ ਹੁਣ ਭਗਤ ਕਬੀਰ ਸਾਹਿਬ ਜੀ ਇਸ ਕਰਕੇ ਬਚਨ ਕਰਦੇ ਨੇ, ਕਹਿ ਲਗੇ ਦੁਬਦਾ ਮੇਟ, ਸਭ ਤੋਂ ਪਹਿਲਾਂ ਆਪਣੇ ਅੰਦਰੋਂ ਦੁਬਦਾ ਨੂੰ ਖਤਮ ਕਰੋ।
ਵੀ ਦੁਬਦਾ ਮਿਟ ਜਾਵੇ, ਮਨ ਦੇ ਅੰਦਰੋਂ ਦੁਬਦਾ ਖਤਮ ਹੋ ਜਾਵੇ ਤੇ ਦੁਬਦਾ ਨੂੰ ਮੇਟ ਕਰਕੇ ਇਹਦੀ ਸੁਰਤ ਇੱਕ ਨਾਲ, ਇੱਕ ਪਰਮੇਸ਼ਰ ਨਾਲ ਜੁੜ ਜਾਵੇ, ਇੱਕ ਨਾਲ ਇਹਦਾ ਸੰਬੰਧ ਜੁੜ ਜਾਵੇ। ਦੁਬਦਾ ਮੇਟ ਖਿਮਾ ਗਿਆਨ ਹੋ, ਖਿਮਾ ਨੂੰ ਇਹ ਧਾਰਨ ਕਰ ਲਵੇ। ਧਰਮ ਕੀ ਸੂਲ ਨਾ ਸਹ। ਤੇ ਅੱਗੇ ਫਿਰ ਬੜਾ ਕਮਾਲ ਦਾ ਬਚਨ ਸੰਤ ਭਗਤ ਕਬੀਰ ਸਾਹਿਬ ਜੀ ਕਰਦੇ ਨੇ, ਕਹਿਣਗੇ ਕਰਮ ਧਰਮ ਕੀ ਸੂਲ ਨਾ ਸਹੋ। ਕਹਿਣਗੇ ਜਿਹੜੇ ਕਰਮ ਧਰਮ ਕਰ, ਸੂਲ ਤੋਂ ਭਾਵ ਹੈ ਦੁੱਖ ਸਹਿਣਾ। ਕਹਿਣਗੇ ਕਰਮ ਧਰਮਾਂ ਦਾ ਜਿਹੜੇ ਵਿਖਾਵੇ ਦੇ ਇਹ ਕਰਮ ਧਰਮ ਕਰਦਾ ਹੈ, ਵਿਖਾਵੇ ਦੇ ਜਿਹੜੇ ਪਖੰਡ ਕਰਦਾ ਹੈ, ਇਹਨਾਂ ਨੂੰ ਕਰ ਕਰਕੇ ਦੁਨੀਆ ਨੂੰ ਦਿਖਾ ਕੇ ਐਵੇਂ ਦੁੱਖ ਨਾ ਸਹੀ ਜਾ। ਜੇ ਧਰਮੀ ਬਣਨਾ ਕਹਿੰਦੇ ਅੰਦਰੋਂ ਬਣ, ਜੇ ਧਰਮੀ ਬਣਨਾ ਪਹਿਲਾਂ ਮਨ ਨੂੰ ਸਾਧ, ਮਨ ਨੂੰ ਟਿਕਾ, ਪਹਿਲਾਂ ਪਰਮੇਸ਼ਰ ਦੇ ਨਾਲ ਆਪਣਾ ਸੰਬੰਧ ਜੋੜ, ਆਪਣੇ ਹਿਰਦੇ ਨੂੰ, ਮਨ ਨੂੰ ਪਹਿਲਾਂ ਠੀਕ ਕਰ। ਪਹਿਲਾਂ ਅੰਦਰੋਂ ਧਰਮੀ ਬਣ, ਅੰਦਰੋਂ ਧਰਮ ਨੂੰ ਜਾਗਰਤ ਕਰ, ਅੰਦਰੋਂ ਪਰਮੇਸ਼ਰ ਨਾਲ ਜੁੜਨਾ ਕਰ। ਤੇ ਐਵੇਂ ਬਾਹਰ ਦੇ ਦਿਖਾਵੇ, ਬਾਹਰ ਦੇ ਪਖੰਡ ਨਾ ਕਰ। ਤੇ ਇਹ ਬਾਹਰ ਦੇ ਦਿਖਾਵੇ ਕਰ ਕਰਕੇ ਐਵੇਂ ਦੁਖੀ ਸਹੀ ਜਾਂਦਾ, ਐਵੇਂ ਲੋਕਾਂ ਦੇ ਸਾਹਮਣੇ ਵਿਖਾਵਾ ਹੀ ਕਰੀ ਜਾਂਦਾ ਹੈ। ਤੇ ਇਹਨਾਂ ਬਾਹਰ ਦੇ ਧਰਮ ਕਰਮਾਂ ਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੋਣਾ। ਸਤਿਗੁਰੂ ਜੀ ਕਹਿਣਗੇ ਕਰਮ ਧਰਮ ਪਖੰਡ ਜੋ ਦੀਸੈ, ਜਿਹੜੇ ਸਾਹਮਣੇ ਦਿਸਣ ਵਾਲੇ, ਲੋਕਾਂ ਨੂੰ ਦਿਖਾਉਣ ਵਾਲੇ ਇਹ ਕਰਮ ਧਰਮ ਕਰਦਾ ਹੈ। ਕਰਮ ਧਰਮ ਪਖੰਡ ਜੋ ਦੀਸੈ, ਇਹ ਜਮ ਜਗਾਤੀ ਲੁੱਟਾ। ਇੱਥੇ ਭਾਈ ਜਮਾਂ ਦੁਆਰਾ ਲੁੱਟ ਲਏ ਜਾਂਦੇ ਹਨ। ਉਹਨਾਂ ਨੇ ਨਹੀਂ ਬਖਸ਼ਣਾ ਹੈ, ਉਹਨਾਂ ਨੇ ਕਹਿਣਾ ਵੀ ਇਹ ਤੇ ਕੇਵਲ ਦਿਖਾਵੇ ਮਾਤਰ ਨੇ, ਇਹਨਾਂ ਦਾ ਤੇ ਅੰਦਰੋਂ ਤੇਰੀ ਇੱਛਾ ਹੀ ਨਹੀਂ ਸੀ। ਕਰਮ ਧਰਮ ਪਖੰਡ ਜੋ ਦੀਸੈ, ਤਿਨ ਜਮ ਜਗਾਤੀ ਲੁੱਟਾ। ਨਿਰਬਾਨ ਕੀਰਤਨ ਗਾਵੋ ਕਰਤੇਗਾ, ਨਿਮਕ ਸਿਮਰਤ ਜਿਤ ਛੂਟੈ। ਨਿਰਬਾਨ ਨਿਰ ਇੱਛਾ ਬਾਸ਼ਨਾ ਤੋਂ ਰਹਿਤ ਹੋ ਕੇ ਜੇ ਇੱਕ ਪਲ ਵਾਸਤੇ ਵੀ ਰੱਬ ਦਾ ਧਿਆਨ ਧਰ ਲਵੇ, ਰੱਬ ਦੀ ਯਾਦ ਵਿੱਚ ਜੁੜ ਜਾਵੇ, ਇਹ ਜਮਾਂ ਦੀ ਫਾਕੀ ਤੋਂ ਛੁੱਟ ਜਾਵੇਗਾ। ਇਸ ਕਰਕੇ ਕਰਮ ਧਰਮ ਕੀ ਸੂਲ ਨਾ ਸਕੋ। ਕਹਿਣ ਲੱਗੇ ਐਵੇਂ ਬਾਹਰ ਦੇ ਧਰਮ ਕਰਮ ਧਰਮਾਂ ਦੇ ਐਵੇਂ ਦੁੱਖ ਨਾ ਸਹੀ ਜਾ, ਬਾਹਰ ਦਾ ਵਿਖਾਵਾ ਨਾ ਕਰ। ਸੱਚੇ ਦਿਲੋਂ ਤੂੰ ਧਰਮ ਨਾਲ, ਸੱਚੇ ਦਿਲੋਂ ਧਰਮੀ ਬਣ, ਸੱਚੇ ਦਿਲੋਂ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਕਰ। ਸਤਿਕਾਰ ਬਾਚਾ ਜਾਣ। ਅੱਗੇ ਫਿਰ ਸਤਵੀਂ ਥਿੱਤ ਦੇ ਰਾਗੀ ਭਗਤ ਕਬੀਰ ਸਾਹਿਬ ਜੀ ਸਮਝਾਣਾ ਕਰਦੇ ਨੇ, ਬਚਨ ਕਰਦੇ ਨੇ, ਸਤ ਹੈ ਸਤ ਕਰ ਬਾਚਾ ਜਾਣ। ਕਹਿਣਗੇ ਜੋ ਸਤਵੀਂ ਥਿੱਤ ਹੈ ਇਹ ਸਮਝਾ ਰਹੀ ਹੈ ਕਿ ਜਿਹੜੇ ਗੁਰੂ ਦੇ ਬਚਨ ਕਰਨ, ਸਤਿਗੁਰ ਦੇ ਬਚਨ ਕਰਨ, ਜੋ ਮਹਾਂਪੁਰਖਾਂ ਦੇ ਬਚਨ ਕਰਨ, ਇਹਨਾਂ ਨੂੰ ਸਤ ਕਰਕੇ ਜਾਣਦਾ ਹੈ। ਸਤ ਹੈ ਸਤ ਕਰ ਬਾਚਾ ਜਾਣ। ਬਾਚਾ ਤੋਂ ਭਾਵ ਹੈ ਬਚਨ। ਜਿਹੜੇ ਗੁਰੂ ਦੇ ਬਚਨ ਕਰਨ, ਇਹਨਾਂ ਨੂੰ ਸਤ ਕਰਕੇ ਜਾਣਦਾ ਹੈ। ਕਿਉਂਕਿ ਗੁਰੂ ਦੇ ਬਚਨਾਂ ਨੂੰ ਮੰਨ ਕੇ, ਗੁਰੂ ਦੇ ਬਚਨਾਂ ਨੂੰ ਕਮਾ ਕੇ ਤੇਰੇ ਜੀਵਨ ਦਾ ਉਧਾਰ ਪੂਰਾ ਕਰ। ਸਤਿਗੁਰ ਬਚਨ, ਬਚਨ ਕੈ ਸਤਿਗੁਰ ਪਾਤਰ ਮੁਕਤ ਜਨਾਵੇ। ਜੇ ਮੁਕਤੀ ਚਾਹਨਾ ਹੈ, ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਚਾਹਨਾ ਹੈ, ਗੁਰੂ ਨੂੰ ਬਚਨ ਮੰਨ ਤੇ ਬਚਨ ਨੂੰ ਗੁਰੂ ਮੰਨ। ਗੁਰੂ ਦੇ ਬਚਨਾਂ ਦੀ ਕਮਾਈ ਕਰ ਲੈ। ਗੁਰੂ ਦੇ ਬਚਨਾਂ ਨੂੰ ਕਮਾ ਕੇ ਇਹ ਮੁਕਤ ਹੋ ਸਕਦਾ ਹੈ। ਜਿਹਨੂੰ ਸਤਿਗੁਰੂ ਜੀ ਕਹਿੰਦੇ ਨੇ ਬਾਣੀ ਗੁਰੂ। ਗੁਰੂ ਕੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਕੀ ਗੁਰੂ ਕਾ ਤੇ ਗੁਰੂ ਕੀ ਬਾਣੀ ਕਾ। ਗੁਰੂ ਵਿੱਚ ਤੇ ਬਾਣੀ ਵਿੱਚ ਕੋਈ ਫਰਕ ਨਹੀਂ ਹੈ, ਕਿਉਂਕਿ ਇਸ ਬਾਣੀ ਦੇ ਵਿੱਚ ਨਾਮ ਅੰਮ੍ਰਿਤ ਹੈ। ਬਾਣੀ ਗੁਰੂ, ਗੁਰੂ ਕਾ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇਸ ਬਾਣੀ ਵਿੱਚ ਨਾਮ ਅੰਮ੍ਰਿਤ ਕਾ ਸਾਰੇ ਤੋਂ ਭਾਵ ਕਾ ਸੰਭਾਲ ਕਰਨੀ। ਸਿੱਖ ਇਸ ਨਾਮ ਦੀ ਸੰਭਾਲ ਕਰ ਲਵੇ, ਇਸ ਬਾਣੀ ਵਿੱਚੋਂ ਨਾਮ ਪ੍ਰਾਪਤ ਕਰ ਲਵੇ। ਗੁਰਬਾਣੀ ਕਹੈ, ਗੁਰੂ ਜੋ ਬਚਨ ਕਹਿ ਰਿਹਾ ਹੈ, ਸਤਿਗੁਰੂ ਜੀ ਜੋ ਬਚਨ ਕਹਿ ਰਹੇ ਹਨ, ਗੁਰਬਾਣੀ ਕਹੈ ਸੇਵਕ ਜਨ ਮੰਨੈ। ਜੇ ਅਸੀਂ ਸਤਿਗੁਰ ਦੇ ਬਚਨਾਂ ਨੂੰ ਮੰਨ ਲਈਏ, ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਪ੍ਰਤੱਖ ਤੌਰ ਤੇ ਸਾਡਾ ਪਾਰ ਉਤਾਰਾ ਹੋ ਜਾਵੇਗਾ।
ਸਤਿਗੁਰ ਦੇ ਬਚਨ, ਸਤਿਗੁਰ ਦੀ ਬਾਣੀ ਪ੍ਰਤੱਖ ਤੌਰ ਤੇ ਸਾਡਾ ਪਾਰ ਉਤਾਰਾ ਕਰ ਦੇਵੇਗੀ। ਲੇਕਿਨ ਅਸੀਂ ਬਾਣੀ ਨੂੰ ਪੜ੍ਹਦੇ ਕਾ, ਬਾਣੀ ਨੂੰ ਸੁਣਦੇ ਕਾ, ਸਤਿਗੁਰ ਜੀ ਦੇ ਅੱਗੇ ਮੱਥਾ ਟੇਕਦੇ ਕਾ, ਲੇਕਿਨ ਸਤਿਗੁਰ ਦੇ ਬਚਨਾਂ ਨੂੰ ਨਹੀਂ ਮੰਨਦੇ। ਧੰਨ ਗੁਰੂ ਅੰਗਦ ਪਾਤਸ਼ਾਹ ਜੀ ਕਹਿਣ ਲੱਗੇ, ਸਲਾਮ ਜਵਾਬ ਦੋਵੇਂ ਕਰੇ। ਸਲਾਮ ਮੱਥਾ ਟੇਕਣਾ ਅਦਬ ਦੇ ਨਾਲ, ਸਤਿਗੁਰ ਦੇ ਅੱਗੇ ਸੀਸ ਝੁਕਾਉਣਾ। ਹੁਣ ਮੱਥਾ ਤੇ ਟੇਕ ਦੇਗਾ ਬੜੇ ਅਦਬ ਦੇ ਨਾਲ, ਬੜੇ ਸਤਿਕਾਰ ਦੇ ਨਾਲ ਪ੍ਰਕਰਮਾ ਵੀ ਕਰਦੇ ਕਾ, ਬਾਣੀ ਸੁਣਦੇ ਵੀ ਕਾ, ਪਾਠ ਵੀ ਕਰਦੇ ਕਾ, ਕੀਰਤਨ ਵੀ ਕਰਦੇ ਕਾ। ਲੇਕਿਨ ਅੱਗੇ ਫਿਰ ਸਤਿਗੁਰ ਜੀ ਕਹਿਣ ਲੱਗੇ, ਜਦੋਂ ਗੱਲ ਮੰਨਣ ਤੇ ਆਉਂਦੀ ਹੈ ਉਸ ਵੇਲੇ ਕਹਿ ਦਿੰਦਾ ਵੀ ਸਤਿਗੁਰ ਦੇ ਬਚਨਾਂ ਨੂੰ ਮੰਨਣਾ ਬੜਾ ਔਖਾ ਹੈ। ਇੱਕ ਵਚਨ ਸਤਿਗੁਰ ਜੀ ਹੋਰ ਬਾਣੀ ਵਿੱਚ ਕਰਦੇ ਹਨ। ਸਾਹਿਬ ਜੀ ਕਹਿਣ ਲੱਗੇ, ਬਾਣੀ ਬਿਰਲੋ ਵਿਚਾਰ ਸੀ। ਕਹਿ ਲਗੇ ਇਹ ਜੋ ਸਤਿਗੁਰ ਦੀ ਬਾਣੀ ਹੈ, ਇਸ ਬਾਣੀ ਦੀ ਕੋਈ ਬਿਰਲਾ ਬਿਰਲਾ ਵਿਚਾਰ ਕਰਦਾ ਹੈ। ਕਿਉਂਕਿ ਜੋ ਸਤਿਗੁਰ ਜੀ ਕਹਿ ਰਹੇ ਹਨ, ਜੋ ਸਤਿਗੁਰ ਜੀ ਸਮਝਾ ਰਹੇ ਹਨ, ਇਹ ਸਾਨੂੰ ਸਮਝ ਕਿਵੇਂ ਆਵੇਗੀ ਜੇ ਅਸੀਂ ਬਾਣੀ ਦੀ ਵਿਚਾਰ ਕਰਾਂਗੇ, ਬਾਣੀ ਨੂੰ ਸਮਝਾਂਗੇ ਕਿ ਸਤਿਗੁਰ ਦੀ ਬਾਣੀ ਵਿੱਚ ਉਪਦੇਸ਼ ਆ ਦੇ ਰਹੇ ਹਨ। ਕਈ ਵਾਰੀ ਅਸੀਂ ਸਤਿਗੁਰ ਜੀ ਦੀ ਬਾਣੀ ਨੂੰ ਪੜ੍ਹੀ ਵੀ ਜਾਂਦੇ ਹਾਂ, ਸੁਣੀ ਵੀ ਜਾਂਦੇ ਹਾਂ, ਕੀਰਤਨ ਵੀ ਕਰੀ ਜਾਂਦੇ ਹਾਂ, ਤੇ ਜੋ ਬਾਣੀ ਵਿੱਚ ਲਿਖਿਆ ਹੋਇਆ ਹੈ, ਵਿਰੋਧ ਵਿੱਚ ਲਿਖਿਆ ਵੀ ਇਹ ਕਰਮ ਨਹੀਂ ਕਰਨਾ, ਕਈ ਵਾਰੀ ਫਿਰ ਵੀ ਉਹ ਕਰੀ ਜਾਂਦੇ ਹਾਂ। ਕਿਉਂਕਿ ਬਾਣੀ ਨੂੰ ਵਿਚਾਰਿਆ ਨਹੀਂ ਕਰ, ਬਾਣੀ ਨੂੰ ਸਮਝਣ ਦਾ ਯਤਨ ਕੀਤਾ ਵੀ ਸਤਿਗੁਰ ਜੀ ਸਮਝਾ ਕੀ ਰਹੇ ਨੇ। ਇਸ ਕਰਕੇ ਸਾਹਿਬ ਜੀ ਕਹਿੰਦੇ ਬਾਣੀ ਬਿਰਲੋ ਵਿਚਾਰ ਸੀ। ਕਹਿੰਦੇ ਨੇ ਕੋਈ ਬਿਰਲਾ ਵਿਚਾਰਵਾਨ ਸੂਝਵਾਨ ਇਸ ਬਾਣੀ ਦੀ ਵਿਚਾਰ ਕਰਦਾ ਹੈ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ। ਇਹ ਬਾਣੀ ਜਿਹੜੀ ਹੈ ਇਹ ਮਹਾਪੁਰਖ ਦੀ ਹੈ, ਪਰਮੇਸ਼ਰ ਦੀ ਹੈ। ਇਹ ਬਾਣੀ ਪਰਮੇਸ਼ਰ ਤੋਂ ਆਈ ਹੈ। ਇਹ ਬਾਣੀ ਮਹਾਪੁਰਖ ਕੇ ਨਿਜ ਘਰ ਵਾਸਾ ਹੋਏ। ਜਿਹੜਾ ਇਸ ਬਾਣੀ ਦੇ ਬਚਨਾਂ ਨੂੰ ਕਮਾ ਲਵੇਗਾ ਉਹਦਾ ਨਿਜ ਘਰ ਦੇ ਵਿੱਚ ਵਾਸਾ ਹੋ ਜਾਵੇਗਾ। ਇਹ ਬਾਣੀ ਮਹਾਪੁਰਖ ਕੇ ਨਿਜ ਘਰ ਵਾਸਾ ਹੋਏ। ਇਸ ਕਰਕੇ ਹੁਣ ਸਤਿਗੁਰ ਜੀ ਬਚਨ ਇੱਥੇ ਕਹਿ ਰਹੇ ਹਨ ਕਿ ਸਤੈ ਸਤ ਕਰ ਬਾਚਾ ਜਾਣ। ਕਹਿ ਲਗੇ ਸਤਵੀਂ ਚਿੱਤ ਇਹ ਕਹਿੰਦੀ ਹੈ ਕਿ ਗੁਰੂ ਦੇ ਬਚਨਾਂ ਨੂੰ ਸਤ ਕਰਕੇ ਜਾਣ, ਗੁਰੂ ਦੇ ਬਚਨਾਂ ਨੂੰ ਸਤ ਸਤ ਕਰਕੇ ਮੰਨਣਾ ਕਰ। ਆਤਮ ਰਾਮ ਹਰਿ ਪਰਮਾਨ। ਕਹਿ ਲਗੇ ਜੋ ਪ੍ਰਭੂ ਇਹਦੇ ਹਿਰਦੇ ਅੰਦਰ ਹੀ ਵਸਦਾ, ਇਹਦੇ ਅੰਦਰ ਕੀ ਵਸਦਾ ਹੈ, ਪਰਮੇਸ਼ਰ ਨੂੰ ਆਪਣੇ ਅੰਦਰੋਂ ਹੀ ਜਾਣਨਾ ਕਰ। ਜਦੋਂ ਗੁਰੂ ਦੇ ਬਚਨਾਂ ਨੂੰ ਮੰਨੇਗਾ, ਗੁਰੂ ਦੇ ਬਚਨਾਂ ਦੀ ਕਮਾਈ ਕਰੇਗਾ, ਇਹ ਫਿਰ ਆਪਣੇ ਅੰਦਰ ਟਿਕਣ ਦਾ ਯਤਨ ਕਰੇਗਾ। ਤੇ ਅੰਦਰ ਕੀ ਪਰਮੇਸ਼ਰ ਬੈਠਾ, ਅੰਦਰ ਕੀ ਪਰਮਾਤਮਾ ਨੇ ਨਾਮ ਦਾ ਖਜ਼ਾਨਾ ਰੱਖਿਆ ਹੈ। ਸਭ ਕੁਝ ਜੋ ਹੈ ਉਹ ਅੰਦਰ ਕੀ ਹੈ। ਤੇ ਸਾਹਿਬ ਜੀ ਕਹਿੰਦੇ ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਆਪਣੇ ਅੰਦਰੋਂ ਪਰਮੇਸ਼ਰ ਨੂੰ ਪਹਿਚਾਨਣਾ ਕਰ। ਸੰਸਾਰ ਮਿਟ ਜਾਏ ਦੁੱਖ। ਜੇ ਆਪਣੇ ਅੰਦਰੋਂ ਪਰਮਾਤਮਾ ਨੂੰ ਪਹਿਚਾਨ ਲਵੇਗਾ, ਰੱਬ ਨਾਲ, ਪਰਮੇਸ਼ਰ ਨਾਲ ਇਹਦੀ ਡੂੰਘੀ ਸਾਂਝ ਪੈ ਗਈ, ਪਰਮੇਸ਼ਰ ਦੇ ਚਰਨਾਂ ਨਾਲ ਜੁੜ ਗਿਆ, ਛੂਟੈ ਸੰਸਾਰ, ਇਹਦੇ ਸੰਸ਼ੇ ਛੁੱਟ ਜਾਣਗੇ। ਜਿੰਨੇ ਭਰਮ ਨੇ ਮਿਟ ਜਾਣਗੇ, ਛੂਟੈ ਸੰਸਾਰ, ਮਿਟ ਜਾਗੇ ਦੁੱਖ, ਇਹਦੇ ਦੁੱਖ ਵੀ ਮਿਟ ਜਾਣਗੇ। ਬੰਦੇ ਦੇ ਜਿੰਨੇ ਵੀ ਦੁੱਖ ਹਨ, ਸਾਰੇ ਦੁੱਖ ਇਹਦੇ ਭਰਮ ਤੇ ਖਲੋਤੇ ਹੋ। ਕਿਉਂਕਿ ਇਹ ਭਰਮ ਦੇ ਵਿੱਚ ਹੈ, ਭੁਲੇਖੇ ਦੇ ਵਿੱਚ ਹੈ। ਭਰਮ ਜਿਹੜਾ ਉਹ ਦੁੱਖਾਂ ਨੂੰ ਜਨਮ ਦਿੰਦਾ ਹੈ। ਭਰਮ ਭੁਲੇਖਿਆਂ ਨੂੰ, ਭਰਮ ਜਿਹੜਾ ਮਨੁੱਖ ਨੂੰ ਭਟਕਾਉਂਦਾ ਹੈ, ਜੀਵਨ ਦੇ ਮਾਰਗ ਤੋਂ ਪਾਸੇ ਕਰ ਦਿੰਦਾ, ਜਿਹਦੇ ਕਰਕੇ ਇਹ ਦੁੱਖਾਂ ਵਿੱਚ ਪੈਂਦਾ ਹੈ। ਜਦੋਂ ਭਰਮ ਹੀ ਟੁੱਟ ਗਿਆ ਫਿਰ ਜੀਵਨ ਵਿੱਚ ਕਦੇ ਭਟਕੇਗਾ ਨਹੀਂ, ਸਹੀ ਮਾਰਗ ਤੇ ਸਹੀ ਰਾਹ ਤੇ ਚੱਲੇਗਾ। ਤੇ ਸਹੀ ਮਾਰਗ ਤੇ ਚੱਲਦਿਆਂ ਕਦੇ ਜੀਵਨ ਵਿੱਚ ਦੁੱਖ ਨਹੀਂ ਆਵੇਗਾ। ਛੂਟੈ ਸੰਸਾਰ ਮਿਟ ਜਾਗੇ ਦੁੱਖ। ਜਦੋਂ ਸ਼ੰਕਾ ਮਿਟ ਗਿਆ, ਭਰਮ ਮਿਟ ਗਿਆ, ਇਹਦੇ ਦੁੱਖ ਵੀ ਮਿਟ ਜਾਣਗੇ। ਸੁਨ ਸਰਵਰ ਪਾਵ ਸੁਖ। ਸੁਨ
ਸਰੋਵਰ ਪਾਵੋ ਸੁਖ ਕਹਿਣ ਲੱਗੇ ਉਹ ਜਿਹੜੀ ਸੁਣਨ ਵਾਲੀ ਪਰਮੇਸ਼ਰ ਦੇ ਵਿੱਚ ਲੀਨਤਾ ਵਾਲੀ ਅਵਸਥਾ ਹੈ, ਉਸ ਲੀਨਤਾ ਵਾਲੀ ਅਵਸਥਾ ਨੂੰ ਪ੍ਰਾਪਤ ਕਰਕੇ ਇਹ ਆਤਮਿਕ ਸੁਖ ਦੀ ਪ੍ਰਾਪਤੀ ਕਰ ਲਵੇਗਾ। ਸੁਣ ਸਰੋਵਰ ਪਾਵੋ ਸੁਖ, ਉਹ ਜਿਹੜਾ ਆਤਮਿਕ ਸਰੋਵਰ ਹੈ ਉਹਦੇ ਵਿੱਚ ਲੀਨਤਾ ਪ੍ਰਾਪਤ ਕਰਕੇ, ਸੁਣ ਪ੍ਰਾਪਤ ਕਰਕੇ, ਜਿਹੜਾ ਸੁਣ ਸ਼ਬਦ ਹੈ ਉਹ ਅਨੇਕਾਂ ਰੂਪਾਂ ਦੇ ਵਿੱਚ ਬਾਣੀ ਵਿੱਚ ਆਇਆ ਹੈ। ਇੱਥੇ ਸੁਣ ਤੋਂ ਭਾਵ ਹੈ ਪਰਮਾਤਮਾ ਦੀ ਲੀਨਤਾ ਵਾਲੀ ਅਵਸਥਾ। ਇੱਕ ਜਿਹੜੀ ਹੈ ਪਰਮੇਸ਼ਰ ਦੀ ਲੀਨਤਾ ਵਾਲੀ ਅਵਸਥਾ ਹੈ। ਜਦੋਂ ਸਤਿਗੁਰੂ ਜੀ ਕਹਿੰਦੇ ਨੇ ਕੁਝ ਵੀ ਨਹੀਂ ਸੀਗਾ, ਨਾ ਸੂਰਜ ਸੀ, ਨਾ ਧਰਤੀ ਸੀ, ਨਾ ਕੁਝ ਵੀ ਨਹੀਂ ਸੀ, ਕੇਵਲ ਸੋਨੀ ਸੁਣ ਸੀ। ਪਰਮਾਤਮਾ ਆਪਣੇ ਆਪ ਦੇ ਵਿੱਚ ਹੀ ਲੀਨ ਸੀਗਾ। ਅਰਬਦ ਨਰਬਦ ਧੁੰਦੂ ਕਾਰਾ, ਧਰਮ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਗਾ। ਕਲਗੇ ਉਹ ਆਪਣੇ ਆਪ ਦੇ ਵਿੱਚ ਹੀ ਸਮਾਧੀ ਲਾ ਕੇ ਬੈਠਾ ਸੀ, ਉਹ ਆਪਣੇ ਆਪ ਦੇ ਵਿੱਚ ਹੀ ਵਸਿਆ ਹੋਇਆ ਸੀ। ਤੇ ਫਿਰ ਉਹਨੇ ਜਗਤ ਦੀ ਖੇਡ ਰਚ ਦਿੱਤੀ, ਸੰਸਾਰ ਦੀ ਖੇਡ ਰਚ ਦਿੱਤੀ। ਤੇ ਹੁਣ ਇੱਥੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਸੁਣ ਸਰੋਵਰ ਪਾਵੋ ਸੁਖ। ਜਦੋਂ ਇਹਦੀ ਪਰਮਾਤਮਾ ਦੇ ਵਿੱਚ ਲੀਨਤਾ ਬਣ ਗਈ, ਪਰਮੇਸ਼ਰ ਦੇ ਵਿੱਚ ਇਹਦੀ ਅਭੇਦਤਾ ਹੋ ਗਈ, ਉਸ ਲੀਨਤਾ ਵਾਲੀ ਅਵਸਥਾ ਵਿੱਚ ਇਹ ਆਤਮਿਕ ਸੁਖ ਦੀ ਪ੍ਰਾਪਤੀ ਕਰ ਲਵੇਗਾ। ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਅਸ਼ਟਮੀ ਅਸ਼ਟ ਧਾਤ ਕੀ ਕਾਇਆ। ਅੱਗੇ ਫਿਰ 8ਵੀਂ ਥਿੱਤ ਵਿੱਚ ਭਗਤ ਕਬੀਰ ਸਾਹਿਬ ਜੀ ਜ਼ਿਕਰ ਕਰਦੇ ਨੇ, ਕਹਿੰਦੇ ਇਹ ਜਿਹੜੀ ਕਾਇਆ ਹੈ ਇਹ 8 ਧਾਤਾਂ ਤੋਂ ਬਣੀ ਹੈ। ਕਈ ਵਾਰੀ ਸਤਿਗੁਰੂ ਜੀ ਬਾਣੀ ਵਿੱਚ ਇਹ ਕਹਿੰਦੇ ਨੇ ਵੀ 5 ਤੱਤਾਂ ਤੋਂ ਇਹ ਸਰੀਰ ਜਿਹੜਾ ਬਣਿਆ ਹੈ। 5 ਤੱਤ ਕੋ ਤਾਨਰ ਚੋ ਜਾਨੂ ਚਤੁਰ ਸੁਜਾਨ। ਜਿੱਥੇ ਇਹ ਸਰੀਰ 5 ਤੱਤਾਂ ਤੋਂ ਬਣਿਆ ਹੈ, ਉੱਥੇ ਫਿਰ 8 ਧਾਤਾਂ ਦਾ ਵੀ ਜ਼ਿਕਰ ਆਉਂਦਾ ਹੈ ਵੀ ਜਿਹਦੇ ਵਿੱਚ ਹੱਡੀਆਂ ਨੇ, ਮਾਸ ਹੈ, ਜੋ ਮਜਾ ਹੈ, ਮੁਦਰਕ ਹੈ ਤੇ ਹੋਰ ਸਭ ਕੁਝ ਜਿਹੜੀਆਂ 8 ਧਾਤਾਂ ਆ ਜਾਂਦੀਆਂ ਨੇ। ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਕਹਿ ਲਗੇ ਇਹ ਜੋ ਸਰੀਰ ਜਿਹੜਾ 8 ਧਾਤਾਂ ਤੋਂ ਬਣਿਆ ਹੋਇਆ ਹੈ। ਮਹਿ ਅਕੁਲ ਮਹਾਨਿਤ ਰਾਇਆ, ਤੇ ਇਸ ਇਹ ਜਿਹੜਾ ਸਰੀਰ 8 ਧਾਤਾਂ ਤੋਂ ਬਣਿਆ ਹੈ, ਇਹਦੇ ਵਿੱਚ ਪਰਮੇਸ਼ਰ ਨੇ ਇੱਕ ਬੜਾ ਕੀਮਤੀ ਖਜ਼ਾਨਾ ਵੀ ਰੱਖਿਆ ਹੈ। ਤਾਂ ਮੈਂ ਅਕੁਲ ਮਹਾਨਿਤ ਰਾਇਆ। ਨਿਤ ਕਹਿੰਦੇ ਨੇ ਖਜ਼ਾਨੇ ਨੂੰ ਅਕੁਲ, ਜਿਹਦੀ ਕੋਈ ਕੁਲ ਨਹੀਂ ਹੈ, ਜਿਹੜਾ ਕੁਲ ਤੋਂ ਰਹਿਤ ਹੈ, ਜਿਹਦੀ ਕੋਈ ਜਾਤ ਨਹੀਂ ਹੈ, ਜਿਹਦੀ ਕੋਈ ਪਾਤ ਨਹੀਂ ਹੈ, ਜਿਹਦੀ ਕੋਈ ਕੁਲ ਨਹੀਂ ਹੈ, ਜਿਹਦਾ ਕੋਈ ਧਰਮ ਨਹੀਂ ਹੈ, ਜਿਹਦਾ ਕੋਈ ਮਾਂ ਨਹੀਂ ਹੈ, ਪਿਓ ਨਹੀਂ ਹੈ, ਜਿਹੜਾ ਸਭ ਕਾਸ਼ੀ ਤੋਂ ਪਰੇ ਹੈ, ਜਿਹੜਾ ਜਨਮ ਦੇ ਵਿੱਚ ਹੀ ਨਹੀਂ ਆਉਂਦਾ, ਸੰਕਟ ਨਹੀਂ ਪਰੈ ਜੋਨ ਨਹੀਂ ਆਵੈ, ਨਾਮ ਰੰਜਨ ਜਾਕੋ ਰੇ, ਕਬੀਰ ਕੋ ਸੁਆਮੀ ਐਸੋ ਠਾਕੁਰ, ਜਾਕੈ ਮਾਈ ਨਾ ਬਾਪੂ ਰੇ, ਨਾ ਉਹਦਾ ਮਾਂ ਕਾ ਨਾ ਪਿਤਾ ਕਾ। ਇਸ ਕਰਕੇ ਉਹ ਅਕੁਲ ਹੈ। ਅਕੁਲ ਮਹਾਨਿਤ ਰਾਇਆ, ਕਹਿੰਦੇ ਉਹ ਜਿਹੜਾ ਅਕੁਲ ਹੈ, ਜਿਹਦੀ ਕੋਈ ਕੁਲ ਨਹੀਂ ਹੈ, ਜਿਹੜਾ ਧਰਮ ਤੋਂ ਪਰੇ ਹੈ, ਤੇ ਉਹ ਇਸੇ 8 ਧਾਤਾਂ ਦੇ ਵਿੱਚ ਵਸਦਾ ਹੈ। ਇਸ ਕਾਇਆ ਵਿੱਚ ਉਸ ਪ੍ਰਭੂ ਦਾ ਵਾਸਾ ਹੈ। ਗੁਰਗਮ ਗਿਆਨ ਬਤਾਵੇ ਭੇਦ, ਹੁਣ ਪਰਮੇਸ਼ਰ ਦਾ ਵਾਸਾ ਇਸੇ ਦੇਹ ਦੇ ਵਿੱਚ ਹੈ। ਪਰਮਾਤਮਾ ਇਸੇ ਸਰੀਰ ਦੇ ਅੰਦਰ ਵਸਦਾ ਹੈ, ਲੇਕਿਨ ਉਹਦਾ ਭੇਦ ਕਿਵੇਂ ਮਿਲੇ, ਉਹਦਾ ਗਿਆਨ ਕਿਵੇਂ ਪ੍ਰਾਪਤ ਹੋਵੇ, ਕੋਈ ਵੀ ਐਸਾ ਢੰਗ ਨਹੀਂ ਹੈ, ਕੋਈ ਵੀ ਐਸਾ ਤਰੀਕਾ ਨਹੀਂ ਹੈ। ਕਿਉਂਕਿ ਨਾ ਤੇ ਮਨ ਉਹਨੂੰ ਜਾਣ ਸਕਿਆ, ਨਾ ਉਹਨੂੰ ਬੁੱਧੀ ਜਾਣ ਸਕਿਆ। ਉਹ ਤੇ ਮਨ ਦੀ ਪਹੁੰਚ ਤੋਂ ਵੀ ਪਰੇਗਾ, ਬੁੱਧੀ ਦੀ ਵੀ ਪਹੁੰਚ ਤੋਂ ਪਰੇਗਾ। ਸਤਿਗੁਰੂ ਜੀ ਕਹਿੰਦੇ ਨੇ ਇੱਕੋ ਇੱਕ ਢੰਗ ਹੈ ਪਰਮੇਸ਼ਰ ਨੂੰ ਜਾਣਨ ਦਾ, ਗੁਰ ਗਮ, ਗੁਰੂ ਗਮ, ਗੁਰੂ ਦੇ ਰਾਹ ਕੀ ਗਮਤਾ ਕਰਨੀ। ਗਮ ਤੋਂ ਭਾਵ ਹੈ ਗਮਤਾ ਕਰਨੀ, ਪਹੁੰਚ ਕਰਨੀ। ਗੁਰ ਗਮ ਗਿਆਨ, ਗੁਰੂ ਦਾ ਜਿਹੜਾ ਗਿਆਨ ਹੈ ਸਾਡੀ ਪਰਮੇਸ਼ਰ ਤੱਕ ਪਹੁੰਚ ਕਰਾ ਸਕਦਾ ਹੈ। ਉਹ ਜਿਹੜੀ ਅੰਦਰ ਦੀ ਜੋ ਯਾਤਰਾ ਹੈ
ਉਹ ਸਾਡੀ ਗੁਰੂ ਦੇ ਗਿਆਨ ਰਾਹੀਂ ਹੋ ਸਕਦੀ ਹੈ। ਗੁਰ ਕਮ ਗਿਆਨ ਬਤਾਵੇ ਭੇਦ, ਗੁਰੂ ਦੇ ਗਿਆਨ ਰਾ ਕੇ ਸਾਨੂੰ ਪਰਮੇਸ਼ਰ ਦਾ ਭੇਦ ਪਤਾ ਲੱਗ ਜਾਵੇਗਾ। ਜਿਹਨੂੰ ਸਤਿਗੁਰੂ ਜੀ ਕਹਿੰਦੇ ਨੇ ਗੁਰ ਕੁੰਜੀ, ਗੁਰੂ ਕੋ ਕੁੰਜੀ ਹੈ, ਗੁਰੂ ਕੋ ਚਾਬੀ ਹੈ। ਗੁਰ ਕੁੰਜੀ ਪਾकुल ਨਿਵਲ, ਮਨ ਕੋਠਾ ਤਨ ਸਤ, ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ। ਅਮਰ ਦਾ ਕੁੰਜੀ ਹੱਥ, ਗੁਰੂ ਤੋਂ ਬਗੈਰ ਕਿਸੇ ਕੋਲ ਕੋਲ ਕੁੰਜੀ ਹੈ ਹੀ ਨਹੀਂ ਹੈ। ਅਸੀਂ ਸਤਿਗੁਰੂ ਨੂੰ ਛੱਡ ਕੇ, ਬਾਣੀ ਨੂੰ ਛੱਡ ਕੇ ਸਭ ਥਾਵਾਂ ਤੇ ਜਿਹੜੇ ਭਟਕਦੇ ਫਿਰਦੇ ਕਾ ਵੀ ਇਹਦੇ ਕੋਲ ਚਾਬੀ ਲੱਗ ਜਾਏਗੀ, ਇਹਦੇ ਕੋਲ ਚਾਬੀ ਲੱਗ ਜਾਵੇਗੀ, ਇਹਦੇ ਕੋਲੋਂ ਭੇਦ ਮਿਲ ਜਾਵੇਗਾ, ਇਹਦੇ ਕੋਲੋਂ ਭੇਦ ਮਿਲ ਜਾਵੇਗਾ। ਲੇਕਿਨ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਤੋਂ ਬਗੈਰ, ਬਾਣੀ ਤੋਂ ਬਗੈਰ ਹੋਰ ਕਿਸੇ ਕੋਲ ਪਰਮੇਸ਼ਰ ਦਾ ਭੇਦ ਹੀ ਨਹੀਂ ਹੈ। ਗੁਰ ਕਮ ਗਿਆਨ ਬਤਾਵੇ ਭੇਦ, ਗੁਰੂ ਦਾ ਗਿਆਨ ਇਹ ਸਾਨੂੰ ਪਰਮੇਸ਼ਰ ਦਾ ਭੇਦ ਦੇ ਸਕਦਾ ਹੈ। ਰੱਬ ਨਾਲ ਸਾਡਾ ਮਿਲਾਪ ਹੋ ਸਕਦਾ ਹੈ। ਉਲਟਾ ਰਹੇ ਭੰਗ ਅਸ਼ੇਦ, ਇਹ ਕਹਿੰਦੇ ਨੇ ਫਿਰ ਜਦੋਂ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ, ਪ੍ਰਮਾਤਮਾ ਦੇ ਨਾਲ ਮੇਲ ਹੋ ਗਿਆ, ਉਲਟਾ ਰੱਖਿਆ ਅਭੰਗ ਅਸ਼ੇਦ। ਕਹਿੰਦੇ ਉਹ ਜਿਹੜਾ ਅਭੰਗ ਹੈ, ਜਿਹਦਾ ਨਾਸ਼ ਨਹੀਂ ਹੋ ਸਕਦਾ, ਜਿਹਨੂੰ ਛੇਦਿਆ ਨਹੀਂ ਜਾ ਸਕਦਾ, ਮਾਇਆ ਵੱਲੋਂ ਇਹਦੀ ਸੁਰਤ ਪਰਤ ਕਰਕੇ, ਵਾਸਨਾ ਵੱਲੋਂ ਸੁਰਤ ਪਰਤ ਕਰਕੇ ਪ੍ਰਭੂ ਦੇ ਵਿੱਚ, ਪਰਮੇਸ਼ਰ ਦੇ ਨਾਮ ਦੇ ਵਿੱਚ ਇਹਦੀ ਸੁਰਤ ਜੁੜ ਜਾਵੇਗੀ। ਮਾਇਆ ਤੋਂ ਇਹ ਨਿਰਲੇਪ ਹੋ ਜਾਵੇਗਾ, ਪ੍ਰਭੂ ਦੇ ਚਰਨਾਂ ਵਿੱਚ ਇਹ ਟਿਕਿਆ ਰਹੇਗਾ। ਇਹ ਵਿਚਾਰ ਸਹਿਬ ਜੀ ਨੇ ਬਖਸ਼ਿਸ਼ ਕੀਤੀ, ਭੁੱਲ ਚੁੱਕ ਦੀ ਖਿਮਾ। ਸੰਗਤ ਸਤਿਗੁਰ ਜੀ ਬਖਸ਼ਣ ਜੋ ਬਖਸ਼ ਲੈਣਾ, ਕਰੋ ਫਤਿਹ ਦੀ ਸਾਂਝ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਲਾ ਦੂਜਾ ਆਨੰਦ ਓੰਕਾਰ